ਵਿਆਕਰਨ ਉਹ ਵਿੱਦਿਆ ਹੈ ਜਿਸ ਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਹੁੰਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਨੇ। ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਏ ਰੱਖਣ ਲਈ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਨਿਯਮ ਵੀ ਵਿਆਕਰਨ ਅਨੁਸਾਰ ਹੀ ਆਉਂਦੇ ਨੇ। ਵਿਆਕਰਨ ਨੂੰ ਸ਼ਬਦ ਅਨੁਸ਼ਾਸਨ ਵੀ ਕਹਿ ਸਕਦੇ ਹਾਂ। ਉਹ ਸ਼ਬਦ ਸੰਬੰਧੀ ਅਨੁਸ਼ਾਸਨ ਕਰਦਾ ਹੈ, ਦੱਸਦਾ ਹੈ ਕਿ ਕਿਸੇ ਸ਼ਬਦ ਦਾ ਕਿਸ ਤਰ੍ਹਾਂ ਪ੍ਰਯੋਗ ਕਰਨਾ ਹੈ। ਇਸੇ ਤਰ੍ਹਾਂ ਹੀ ਵਿਆਕਰਨ ਇਕਾਈਆਂ ਹੁੰਦੀਆਂ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਧੁਨੀ, ਫਿਰ ਭਾਵ-ਅੰਸ਼, ਫਿਰ ਸ਼ਬਦ, ਫਿਰ ਵਾਕੰਸ਼, ਉਸ ਤੋਂ ਬਾਅਦ ਉਪਵਾਕ ਅਤੇ ਵਾਕ। ਇਸ ਲੜੀ ਤਹਿਤ ਅਸੀਂ ਸ਼ਬਦ ਪਰਿਭਾਸ਼ਾ ਅਤੇ ਵਰਗੀਕਰਨ, ਮਿਸ਼ਰਤ ਅਤੇ ਸੰਯੁਕਤ ਪੰਜਾਬੀ ਸ਼ਬਦ ਦੀ ਬਣਤਰ, ਵਧੇਤਰ, ਅਗੇਤਰ, ਪਿਛੇਤਰ ਸੰਬੰਧੀ ਵਿਚਾਰ ਚਰਚਾ ਕਰਾਂਗੇ। ਸ਼ਬਦ ਇੱਕ ਵਿਆਕਰਨਿਕ ਇਕਾਈ ਹੈ। ਸ਼ਬਦ ਬਾਕੀ ਸਾਰੀਆਂ ਵਿਆਕਰਨਿਕ ਇਕਾਈਆਂ ਨਾਲੋਂ ਵੱਧ ਮਹੱਤਵ ਰੱਖਦੀ ਹੈ, ਕਿਉਂਕਿ ਬਾਕੀ ਸਾਰੀਆਂ ਵਿਆਕਰਨਿਕ ਇਕਾਈਆਂ ਜਿਵੇਂ ਕਿ ਵਾਕ, ਉਪਵਾਕ, ਵਾਕੰਸ਼, ਭਾਵੰਸ਼, ਧੁਨੀ ਆਦਿ ਨੂੰ ਪਛਾਣਨ ਲਈ ਸ਼ਬਦ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ। ਸ਼ਬਦ ਭਾਸ਼ਾ ਦੀ ਕੇਂਦਰੀ ਵਿਆਕਰਨਿਕ ਇਕਾਈ ਹੈ, ਪਰ ਇਸ ਕੇਂਦਰੀ ਇਕਾਈ ਨੂੰ ਅਜੇ ਤੱਕ ਚੰਗੀ ਤਰ੍ਹਾਂ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਿਆ। ਵੱਖ-ਵੱਖ ਭਾਸ਼ਾ ਵਿਗਿਆਨੀਆਂ ਨੇ, ਵਿਆਕਰਨਕਾਰਾਂ ਨੇ ਵੱਖ-ਵੱਖ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਪਰਿਭਾਸ਼ਾਵਾਂ ਵਿੱਚੋਂ ਜਿਹੜੀ ਕਿ ਸਭ ਤੋਂ ਵਧੇਰੇ ਪ੍ਰਵਾਨਿਤ ਹੈ, ਉਹ ਬਲੂਮਫੀਲਡ ਦੀ ਪਰਿਭਾਸ਼ਾ ਮੰਨੀ ਜਾਂਦੀ ਹੈ। ਉਹਨਾਂ ਨੇ ਕਿਹਾ ਹੈ ਕਿ ਸ਼ਬਦ ਭਾਸ਼ਾ ਦਾ ਵਿਆਕਰਨਿਕ ਪੱਧਰ 'ਤੇ ਛੋਟੇ ਤੋਂ ਛੋਟਾ ਸੁਤੰਤਰ ਮੁਕਤ ਰੂਪ ਹੈ। ਰਵਾਇਤੀ ਵਿਆਕਰਨ, ਜਿਸ ਦੀ ਭਾਰਤ ਵਿੱਚ ਕਲਮੀ ਪਰੰਪਰਾ ਹੈ, ਸ਼ਬਦ ਨੂੰ ਅਰਥ ਦੇ ਆਧਾਰ ਉੱਤੇ ਪਰਖਦੀ ਹੈ। ਉਹਨਾਂ ਅਨੁਸਾਰ ਧੁਨੀਆਂ ਦਾ ਉਹ ਸਮੂਹ ਜੋ ਕਿਸੇ ਇੱਕ ਅਰਥ ਨੂੰ ਪੇਸ਼ ਕਰ ਰਿਹਾ ਹੁੰਦਾ ਹੈ, ਉਹ ਸ਼ਬਦ ਹੁੰਦਾ ਹੈ। ਜੇਕਰ ਸ਼ਬਦ ਦੀ ਪਛਾਣ ਕਰਨੀ ਹੋਵੇ ਬੋਲ ਚਾਲ ਦੇ ਪੱਧਰ 'ਤੇ, ਤਾਂ ਧੁਨੀਆਂ ਦਾ ਉਹ ਸਮੂਹ ਜਿਸ ਦੇ ਬੋਲਣ ਤੋਂ ਬਾਅਦ ਥੋੜ੍ਹਾ ਵਿਸ਼ਰਾਮ ਆਉਂਦਾ ਹੈ, ਉਹ ਸ਼ਬਦ ਹੈ। ਲਿਖਤ ਦੇ ਪੱਧਰ 'ਤੇ ਜਿਸ ਤੋਂ ਬਾਅਦ ਕੁਝ ਥਾਂ ਛੱਡੀ ਜਾਂਦੀ ਹੈ, ਉਹ ਸ਼ਬਦ ਹੁੰਦਾ ਹੈ। ਸ਼ਬਦ ਦਾ ਵਰਗੀਕਰਨ ਸਮੇਂ ਕੋਈ ਨਾ ਕੋਈ ਆਧਾਰ ਬਣਾਇਆ ਜਾਂਦਾ ਹੈ। ਵਿਭਿੰਨ ਆਧਾਰ ਸ਼ਬਦਾਂ ਦੇ ਵਿਭਿੰਨ ਵਰਗ ਬਣਾਉਂਦੇ ਹਨ। ਵਿਆਕਰਨ ਵਿੱਚ ਸ਼ਬਦਾਂ ਦੀ ਇੱਕ ਵੰਡ ਅਨੁਸਾਰ ਇਹਨਾਂ ਸਾਰੇ ਸ਼ਬਦਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ: ਕੋਸ਼ਗਤ ਸ਼ਬਦ ਅਤੇ ਵਿਆਕਰਨਿਕ ਸ਼ਬਦ। ਕੋਸ਼ਗਤ ਸ਼ਬਦ ਉਹ ਹੁੰਦੇ ਹਨ ਜਿਹੜੇ ਕੋਸ਼ਾਂ ਵਿੱਚ ਇੰਦਰਾਜਾਂ ਦੇ ਤੌਰ 'ਤੇ ਮੁੱਢਲੀ ਇਕਾਈ ਵਜੋਂ ਦਰਜ ਕੀਤੇ ਜਾਂਦੇ ਹਨ, ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਨੂੰ ਕੋਸ਼ ਵਿੱਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਵਰਤ ਲਿਆ ਜਾਂਦਾ ਹੈ। ਅਸਲ 'ਚ ਕੋਸ਼ਗਤ ਸ਼ਬਦ ਉਹ ਸ਼ਬਦ ਜੋ ਕੋਸ਼ ਡਿਕਸ਼ਨਰੀ ਵਿੱਚ ਇੱਕ ਇਕਾਈ ਦੇ ਤੌਰ 'ਤੇ ਦਰਜ ਹੈ, ਜਿਸ ਨੂੰ ਉਸੇ ਤਰ੍ਹਾਂ ਹੀ ਸਮਝਿਆ ਜਾਂਦਾ ਹੈ, ਇਸ ਦੇ ਅਰਥ ਵੀ ਉਸੇ ਤਰ੍ਹਾਂ ਹੀ ਮੰਨੇ ਜਾਂਦੇ ਹਨ। ਜਿਵੇਂ ਮੁੰਡਾ ਭਾਵ ਇੱਕ ਵਚਨ ਪੁਰਸ਼ ਲਿੰਗ, ਹਾਥੀ ਭਾਵ
ਕੋਈ ਵੱਡਾ ਜੰਗਲੀ ਜਾਨਵਰ। ਕੋਸ਼ਗਤ ਸ਼ਬਦਾਂ ਵਿੱਚ ਨਾਮ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਸ਼ਾਮਲ ਹੁੰਦੇ ਹਨ। ਇਹ ਖੁੱਲ੍ਹੇ ਜਾਂ ਅਸੀਮਤ ਸ਼ਬਦ ਪ੍ਰਬੰਧ ਦੇ ਮੈਂਬਰ ਹੁੰਦੇ ਹਨ। ਇਹਨਾਂ ਦੀ ਸੂਚੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਜਿਵੇਂ ਕਿ ਚੰਡੀਗੜ੍ਹ, ਇੱਟ, ਸ਼ੇਰ, ਸੋਹਣਾ, ਸੁਨੱਖਾ, ਤੇਜ਼, ਹੌਲੀ ਆਦਿ ਇਹ ਸਭ ਕੋਸ਼ਗਤ ਸ਼ਬਦ ਹੀ ਨੇ। ਦੂਜੇ ਨੰਬਰ 'ਤੇ ਵਿਆਕਰਨਕ ਸ਼ਬਦ ਆਉਂਦੇ ਹਨ। ਹਰ ਭਾਸ਼ਾ ਵਿੱਚ ਵਿਆਕਰਨਕ ਸ਼ਬਦ ਬੰਦ ਜਾਂ ਸੀਮਤ ਸ਼ਬਦ ਪ੍ਰਬੰਧ ਨਾਲ ਸੰਬੰਧਿਤ ਹੁੰਦੇ ਨੇ, ਅਰਥਾਤ ਇਹਨਾਂ ਦੀ ਸੂਚੀ ਸੀਮਿਤ ਹੁੰਦੀ ਹੈ। ਇਹਨਾਂ ਵਿੱਚ ਪੜ੍ਹਨਾਂਵ, ਸੰਬੰਧਕ, ਯੋਜਕ, ਵਿਸਮਿਕ, ਨਿਪਾਤ ਅਤੇ ਸਹਾਇਕ ਕਿਰਿਆਵਾਂ ਸ਼ਾਮਲ ਹੁੰਦੀਆਂ ਹਨ। ਇਹਨਾਂ ਦੀ ਸੂਚੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਵਿਆਕਰਨਕ ਸ਼ਬਦਾਂ ਦੀ ਸੂਚੀ ਵਿੱਚ ਇੱਕ ਅੱਧ ਸ਼ਬਦ ਦੇ ਵਾਧੇ ਲਈ ਕਈ ਸਦੀਆਂ ਲੱਗ ਜਾਂਦੀਆਂ ਨੇ। ਪੰਜਾਬੀ ਭਾਸ਼ਾ ਵਿੱਚ ਇਹਨਾਂ ਦੀ ਗਿਣਤੀ 200 ਦੇ ਕਰੀਬ ਹੈ। ਵਿਆਕਰਨਕ ਸ਼ਬਦ ਅਜਿਹੇ ਸਧਾਰਨ ਸ਼ਬਦ ਹੁੰਦੇ ਹਨ ਜੋ ਸੁਤੰਤਰ ਗੈਰ ਧਾਤੂਆਂ ਰਾਹੀਂ ਸਿਰਜੇ ਜਾਂਦੇ ਹਨ। ਇਹ ਸ਼ਬਦ ਸੁਤੰਤਰ ਤਾਂ ਹੁੰਦੇ ਹਨ, ਪਰ ਇਹਨਾਂ ਦੇ ਸੁਤੰਤਰ ਰੂਪ ਵਿੱਚ ਅਰਥ ਨਹੀਂ ਹੁੰਦੇ, ਜਿਵੇਂ ਕਿ ਨੇ, ਨੂੰ, ਜੋ ਅਤੇ ਹੀ ਆਦਿ। ਇਹ ਸਾਰੇ ਵਿਆਕਰਨਿਕ ਸ਼ਬਦ ਹੀ ਹਨ। ਇਸ ਤੋਂ ਬਾਅਦ ਜੇਕਰ ਅਸੀਂ ਬਣਤਰ ਦੇ ਆਧਾਰ 'ਤੇ ਸ਼ਬਦਾਂ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਅਸੀਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ: ਸਧਾਰਨ ਸ਼ਬਦ, ਮਿਸ਼ਰਤ ਸ਼ਬਦ ਅਤੇ ਸੰਯੁਕਤ ਜਾਂ ਸਮਾਸੀ ਸ਼ਬਦ। ਸਧਾਰਨ ਸ਼ਬਦ ਉਹ ਸ਼ਬਦ ਹੁੰਦੇ ਨੇ ਜਿਹੜੇ ਮੂਲ ਰੂਪ ਤੋਂ ਬਣੇ ਹੁੰਦੇ ਨੇ, ਜਿਵੇਂ ਪੜ੍ਹ, ਲਿਖ, ਰੂਪ, ਵੇਖ, ਹੱਸ, ਰੁੱਸ ਆਦਿ। ਸਧਾਰਨ ਸ਼ਬਦ ਨੂੰ ਤੋੜਨ ਨਾਲ ਸ਼ਬਦ ਦਾ ਅਰਥ ਖਤਮ ਹੋ ਜਾਂਦਾ ਹੈ, ਸਿਰਫ ਧੁਨੀਆਂ ਹੀ ਬਾਕੀ ਬਚਦੀਆਂ ਨੇ। ਉਦਾਹਰਨ ਦੇ ਤੌਰ 'ਤੇ ਅਸੀਂ ਦੇਖ ਸਕਦੇ ਹਾਂ, ਜਿਵੇਂ ਕਿ ਕੁਰਸੀ। ਇਹ ਇੱਕ ਸਧਾਰਨ ਸ਼ਬਦ ਹੈ, ਪਰ ਜੇਕਰ ਇਸ ਨੂੰ ਤੋੜ ਦਿੱਤਾ ਜਾਵੇ ਤਾਂ ਇਹਨਾਂ ਦੇ ਅਰਥ ਖਤਮ ਹੋ ਜਾਣਗੇ, ਕੇਵਲ ਧੁਨੀਆਂ ਹੀ ਰਹਿ ਜਾਣਗੀਆਂ। ਇਸ ਤੋਂ ਬਾਅਦ ਆਉਂਦੇ ਹਨ ਮਿਸ਼ਰਤ ਸ਼ਬਦ। ਕਈ ਅਜਿਹੇ ਸ਼ਬਦ ਹੁੰਦੇ ਹਨ ਜਿਨ੍ਹਾਂ ਵਿੱਚ ਧਾਤੂ ਨਾਲ ਅਗੇਤਰ ਜਾਂ ਪਿਛੇਤਰ ਜੋੜ ਕੇ ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਹਨਾਂ ਸ਼ਬਦਾਂ ਨੂੰ ਮਿਸ਼ਰਤ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਕਿ ਕਰਦਾ, ਕਰ ਪਲੱਸ ਦਾ, ਮਰਦਾ, ਮਰ ਪਲੱਸ ਦਾ। ਇਹਨਾਂ ਸ਼ਬਦਾਂ ਵਿੱਚ ਮੂਲ ਸ਼ਬਦ ਕਰ ਨਾਲ ਪਿਛੇਤਰ ਦਾ ਜੋੜ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰ ਲਿਆ ਹੈ। ਇਹ ਮਿਸ਼ਰਤ ਸ਼ਬਦ ਹੁੰਦੇ ਹਨ। ਮਿਸ਼ਰਤ ਸ਼ਬਦਾਂ ਦੀ ਰਚਨਾ ਧਾਤੂ ਪਲੱਸ ਵਧੇਤਰਾਂ ਦੇ ਸੰਯੋਗ ਨਾਲ ਹੁੰਦੀ ਹੈ, ਜਿਵੇਂ ਕਿ ਮਨੁੱਖ ਤੋਂ ਮਨੁੱਖਤਾ, ਘਰ ਤੋਂ ਘਰੇਲੂ, ਦੁਕਾਨ ਤੋਂ ਦੁਕਾਨਦਾਰ, ਨੇਕ ਤੋਂ ਨੇਕੀ। ਇਸੇ ਤਰ੍ਹਾਂ ਹੀ ਸਾਂਝੀਵਾਲਤਾ, ਅਣਸੁਖਾਵਾਂਪਣ, ਅਪਰਿਵਰਤਨਸ਼ੀਲਤਾ ਆਦਿ ਸ਼ਬਦਾਂ ਦੀ ਰਚਨਾ ਇਕਹਿਰੇ ਧਾਤੂ ਪਲੱਸ ਇੱਕ ਤੋਂ ਵਧੇਰੇ ਵਧੇਤਰਾਂ ਦੇ ਸੰਯੋਗ ਨਾਲ ਹੁੰਦੀ ਹੈ। ਪੰਜਾਬੀ ਭਾਸ਼ਾ ਵਿੱਚ ਇਹ ਉਪਰੋਕਤ ਸ਼ਬਦ ਤੋਂ ਇਲਾਵਾ ਸਪੁੱਤਰ, ਕਪੁੱਤਰ, ਉਪਬੋਲੀ, ਭਾਸ਼ਾਈ ਮੁੰਡੇ, ਕੁੜੀਆਂ, ਕਰੋ, ਪਰੋ ਆਦਿ ਮਿਸ਼ਰਤ ਸ਼ਬਦ ਹੀ ਹਨ। ਇਸ ਤੋਂ ਬਾਅਦ ਆਉਂਦੇ ਹਨ ਸੰਯੁਕਤ ਜਾਂ ਸਮਾਸ ਸ਼ਬਦ। ਸੰਯੁਕਤ ਜਾਂ ਸਮਾਸ ਸ਼ਬਦ ਉਹ ਹੁੰਦੇ ਹਨ ਜੋ ਦੋ ਮੂਲ ਰੂਪਾਂ ਦੇ ਮੇਲ ਤੋਂ ਬਣਦੇ ਹਨ, ਜਿਵੇਂ ਕਿ ਰੰਗ, ਰੂਪ, ਪੜ੍ਹ, ਲਿਖ, ਲੋਕ, ਸਭਾ। ਸਮਾਸ ਸ਼ਬਦਾਂ ਨੂੰ ਨਿਖੇੜਨ ਉੱਤੇ ਇਸ ਦੇ ਬਣਦੇ ਹਿੱਸਿਆਂ ਦਾ ਆਪਣਾ ਅਰਥ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਦੇਖ ਸਕਦੇ ਹਾਂ,
ਜਿਵੇਂ ਕਿ ਭੰਨ ਤੋੜ। ਇੱਥੇ ਭੰਨ ਦਾ ਆਪਣਾ ਇੱਕ ਅਰਥ ਹੈ, ਤੋੜ ਦਾ ਆਪਣਾ ਇੱਕ ਅਰਥ ਹੈ। ਪਰ ਜਦੋਂ ਇਹ ਦੋਵੇਂ ਰਲ ਕੇ ਇਕੱਠੇ ਵਿਚਰਦੇ ਹਨ ਤਾਂ ਇਹ ਸੰਯੁਕਤ ਸ਼ਬਦ ਕਹਾਉਂਦੇ ਹਨ। ਜੇਕਰ ਸ਼ਬਦਾਂ ਦਾ ਵਰਗੀਕਰਨ ਕਰਨਾ ਹੋਵੇ ਤਾਂ ਇਹਨਾਂ ਨੂੰ ਅਸੀਂ ਮੁੱਖ ਰੂਪ ਵਿੱਚ 4 ਭਾਗਾਂ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਰੂਪ ਦੇ ਪੱਖ ਤੋਂ, ਫਿਰ ਅਰਥ ਦੇ ਆਧਾਰ 'ਤੇ, ਉਸ ਤੋਂ ਬਾਅਦ ਉਦਰਿਤ ਸ਼ਬਦ, ਫਿਰ ਅਰਥ ਸਿਰਜਣਾ ਦ੍ਰਿਸ਼ਟੀ ਤੋਂ। ਰੂਪ ਦੇ ਪੱਖ ਤੋਂ ਸ਼ਬਦ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਵਿਕਾਰੀ ਅਤੇ ਅਵਿਕਾਰੀ। ਵਿਕਾਰੀ ਸ਼ਬਦ ਜਾਂ ਪਰਿਵਰਤਨਸ਼ੀਲ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਹੜੇ ਲਿੰਗ, ਵਚਨ, ਕਾਰਕ, ਕਾਲ, ਵਾਚ, ਪੱਖ, ਮੂਡ ਆਦਿ ਦੇ ਮੁਤਾਬਕ ਬਦਲ ਜਾਂਦੇ ਹਨ, ਜਿਵੇਂ ਕਿ ਘੋੜਾ, ਚੰਗਾ, ਕਰ ਜਾਂ ਆਦਿ। ਅਵਿਕਾਰੀ ਸ਼ਬਦ ਭਾਵ ਅਪਰਿਵਰਤਨਸ਼ੀਲ ਸ਼ਬਦ ਉਹ ਹੁੰਦੇ ਹਨ ਜਿਹੜੇ ਲਿੰਗ, ਵਚਨ, ਕਾਰਕ, ਕਾਲ, ਵਾਚ, ਪੱਖ, ਮੂਡ ਆਦਿ ਦੇ ਮੁਤਾਬਕ ਨਹੀਂ ਬਦਲਦੇ, ਜਿਵੇਂ ਕਿ ਲਾਲ, ਸੁਰਖ, ਤੇਜ ਆਦਿ। ਅਰਥ ਦੇ ਆਧਾਰ 'ਤੇ ਸ਼ਬਦਾਂ ਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਸਮਾਨਾਰਥਕ, ਵਿਰੋਧਾਰਥਕ, ਵਰਗਾਰਥਕ, ਬਹੁਅਰਥਕ। ਸਮਾਨਾਰਥਕ ਸ਼ਬਦ ਸਮਾਨ ਅਰਥਾਂ ਦੇ ਧਾਰਨੀ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਕਿ ਸੋਹਣਾ, ਸੁੰਦਰ, ਮਨਮੋਹਕ, ਹਸੀਨ, ਖੂਬਸੂਰਤ, ਠੀਕ, ਸਹੀ, ਦਰੁਸਤ ਆਦਿ। ਭਾਵ ਜਿਨ੍ਹਾਂ ਸ਼ਬਦਾਂ ਦੇ ਅਰਥ ਸਮਾਨ ਹੋਣ ਉਹਨਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਵਿਰੋਧਾਰਥਕ ਸ਼ਬਦ ਵਿਰੋਧੀ ਅਰਥਾਂ ਦੇ ਧਾਰਨੀ ਸ਼ਬਦਾਂ ਨੂੰ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਕਿ ਉੱਚਾ, ਨੀਵਾਂ, ਗੋਰਾ, ਕਾਲਾ, ਪੁੱਠਾ, ਸਿੱਧਾ, ਦਿਨ, ਰਾਤ, ਛੋਟਾ, ਵੱਡਾ। ਵਰਗਾਰਥਕ ਸ਼ਬਦ ਇੱਕੋ ਵਰਗ ਨਾਲ ਸੰਬੰਧਿਤ ਸਾਂਝੇ ਅਰਥਾਂ ਦੇ ਧਾਰਨੀ ਸ਼ਬਦ ਵਰਗਾਰਥਕ ਸ਼ਬਦ ਹੁੰਦੇ ਹਨ, ਜਿਵੇਂ ਕਿ ਜਾਨਵਰ, ਗਾਂ, ਮੱਝ, ਕੁੱਤਾ, ਸ਼ੇਰ, ਹਾਥੀ। ਪੰਛੀ, ਚਿੜੀ, ਤੋਤਾ, ਗੁਟਾਰ, ਕਬੂਤਰ, ਘੁੱਗੀ ਆਦਿ। ਰਿਸ਼ਤੇਦਾਰ, ਮਾਂ, ਬਾਪ, ਭੈਣ, ਭਾਈ, ਚਾਚਾ, ਤਾਇਆ, ਮਾਮਾ ਆਦਿ। ਇਹਨਾਂ ਵਿੱਚ ਜਾਨਵਰ, ਪੰਛੀ, ਰਿਸ਼ਤੇਦਾਰ ਵਰਗਾਰਥਕ ਸ਼ਬਦ ਹਨ। ਬਹੁਅਰਥਕ ਸ਼ਬਦ ਜਿਹੜੇ ਸ਼ਬਦ ਇੱਕ ਤੋਂ ਵਧੇਰੇ ਅਰਥਾਂ ਦੇ ਧਾਰਨੀ ਹੁੰਦੇ ਨੇ ਉਹਨਾਂ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਕਿ ਵੱਟ। ਵੱਟ ਖੇਤ ਦੀ ਵੀ ਹੋ ਸਕਦੀ ਹੈ, ਕੱਪੜੇ ਦੀ ਵੀ, ਮੱਥੇ ਦੀ ਵੀ। ਸੂਰਤ ਸੂਰਤ ਚਿਹਰੇ ਨੂੰ ਵੀ ਕਿਹਾ ਜਾ ਸਕਦਾ ਹੈ, ਸਥਿਤੀ ਨੂੰ ਵੀ ਕਿਹਾ ਜਾ ਸਕਦਾ ਹੈ। ਇਹਨਾਂ ਵਿੱਚ ਵੱਟ, ਸੂਰਤ ਆਦਿਕ ਸ਼ਬਦ ਬਹੁਅਰਥਕ ਸ਼ਬਦ ਹਨ। ਉਦਾਰਤ ਸ਼ਬਦਾਂ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਤਤਸਮ ਤੇ ਤਦਭਵ। ਤਤਸਮ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਨੂੰ ਆਪਣੀ ਭਾਸ਼ਾ ਵਿੱਚ ਉਹਨਾਂ ਦੇ ਮੂਲ ਰੂਪ ਵਿੱਚ ਹੀ ਸ਼ਾਮਲ ਕਰ ਲਿਆ ਜਾਂਦਾ ਹੈ। ਦੂਜੀਆਂ ਭਾਸ਼ਾਵਾਂ ਤੋਂ ਲਏ ਬਹੁਤ ਸਾਰੇ ਸ਼ਬਦ ਪੰਜਾਬੀ ਵਿੱਚ ਤਤਸਮ ਰੂਪ ਵਿੱਚ ਮਿਲਦੇ ਹਨ। ਉਦਾਹਰਨ ਦੇ ਤੌਰ 'ਤੇ ਅਸੀਂ ਅੰਗਰੇਜ਼ੀ ਸ਼ਬਦਾਂ ਨੂੰ ਦੇਖ ਸਕਦੇ ਹਾਂ, ਜਿਵੇਂ ਕਿ ਬੱਸ ਅੰਗਰੇਜ਼ੀ ਸ਼ਬਦ ਹੈ, ਪੰਜਾਬੀ ਵਿੱਚ ਇਹਨੂੰ ਜਿਉਂ ਦਾ ਤਿਉਂ ਹੀ ਸਵੀਕਾਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਹੀ ਪੈਨ ਨੂੰ ਪੈਨ ਕਿਹਾ ਜਾਂਦਾ ਹੈ। ਤਦਭਵ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਨੂੰ ਆਪਣੀ ਭਾਸ਼ਾ ਵਿੱਚ ਉਹਨਾਂ ਦੇ ਮੂਲ ਰੂਪ ਵਿੱਚ ਨਹੀਂ ਸਗੋਂ ਥੋੜ੍ਹੇ ਬਦਲੇ ਹੋਏ ਰੂਪ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਦੂਜੀਆਂ ਭਾਸ਼ਾਵਾਂ ਤੋਂ
ਲਏ ਬਹੁਤ ਸਾਰੇ ਸ਼ਬਦ ਪੰਜਾਬੀ ਵਿੱਚ ਤਦਭਵ ਰੂਪ ਵਿੱਚ ਸ਼ਾਮਿਲ ਹਨ। ਉਦਾਹਰਨ ਦੇ ਤੌਰ 'ਤੇ ਅਸੀਂ ਅੰਗਰੇਜ਼ੀ ਦਾ ਸ਼ਬਦ ਹੌਸਪੀਟਲ ਦੇਖ ਸਕਦੇ ਹਾਂ, ਜਿਸ ਨੂੰ ਕਿ ਪੰਜਾਬੀ ਵਿੱਚ ਥੋੜ੍ਹਾ ਜਿਹਾ ਬਦਲ ਕੇ ਹਸਪਤਾਲ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਟਰਾਲੀ ਤੋਂ ਪੰਜਾਬੀ ਸ਼ਬਦ ਟਰਾਲੀ ਬਣਿਆ। ਅਰਥ ਸਿਰਜਣਾ ਦ੍ਰਿਸ਼ਟੀ ਤੋਂ ਸ਼ਬਦ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਵਾਚਕ, ਲਕਸ਼ਕ ਤੇ ਵਿਅੰਜਕ। ਵਾਚਕ ਸ਼ਬਦ ਆਮ ਪ੍ਰਚਲਿਤ ਅਰਥਾਂ ਦਾ ਬੋਧ ਕਰਾਉਂਦੇ ਹਨ, ਜਿਵੇਂ ਕਿ ਸ਼ੇਰ ਇੱਕ ਜੰਗਲੀ ਮਾਸਾਹਾਰੀ ਜਾਨਵਰ ਹੈ। ਵਾਕ ਵਿੱਚ ਸ਼ੇਰ ਕੋਸ਼ਗਤ ਅਰਥਾਂ ਦਾ ਧਾਰਨੀ ਹੈ, ਭਾਵ ਸ਼ੇਰ ਇੱਕ ਜਾਨਵਰ। ਲਕਸ਼ਕ। ਲਕਸ਼ਕ ਸ਼ਬਦ ਵਾਚਕ ਸ਼ਬਦ ਦੇ ਕੋਸ਼ਗਤ ਅਰਥਾਂ ਤੋਂ ਅੱਗੇ ਲੱਖਣ ਲਾਉਣ ਦੀ ਪੱਧਰ ਤੱਕ ਕਾਰਜ ਕਰਦਾ ਹੈ। ਜਿਵੇਂ ਕਿ ਅਸੀਂ ਅਕਸਰ ਕਹਿ ਦਿੰਦੇ ਹਾਂ, ਰਾਮ ਸ਼ੇਰ ਵਰਗਾ ਹੈ। ਜੇਕਰ ਇਸ ਦੇ ਕੋਸ਼ਗਤ ਅਰਥ ਦੇ ਆਧਾਰ 'ਤੇ ਵੇਖੀਏ ਤਾਂ ਸ਼ੇਰ ਇੱਕ ਜਾਨਵਰ ਹੈ, ਪਰ ਇੱਥੇ ਰਾਮ ਸ਼ੇਰ ਵਰਗਾ ਹੈ, ਭਾਵ ਇਹ ਲਕਸ਼ਕ ਸ਼ਬਦ ਦਾ ਧਾਰਨੀ ਹੈ। ਵਾਕ ਵਿੱਚ ਸ਼ੇਰ ਦੇ ਭਾਵ ਅਰਥ ਬਹਾਦਰੀ ਵਾਲੇ ਹਨ। ਇਸੇ ਤਰ੍ਹਾਂ ਹੀ ਵਿਅੰਜਕ। ਜਦੋਂ ਸ਼ਬਦਾਂ ਰਾਹੀਂ ਵਿਅੰਗ ਦੀ ਸਿਰਜਣਾ ਕੀਤੀ ਜਾਂਦੀ ਹੈ, ਜਿਵੇਂ ਕਿ ਸਮੇਂ ਤੋਂ ਬਹੁਤ ਜ਼ਿਆਦਾ ਦੇਰੀ ਨਾਲ ਅੱਪੜਨ ਵਾਲੇ ਸ਼ਖਸ ਨੂੰ ਇਹ ਕਹਿਣਾ ਕਿ ਤੁਸੀਂ ਤਾਂ ਬਹੁਤ ਜਲਦੀ ਆ ਗਏ, ਵਾਕ ਦੇ ਪੱਧਰ 'ਤੇ ਵਿਅੰਗ ਦੀ ਸਿਰਜਣਾ ਦਰਸਾ ਰਿਹਾ ਹੈ। ਐਵੇਂ ਹੀ ਜੇ ਕਿਸੇ ਨੂੰ ਇਹ ਕਹਿਣਾ ਹੋਵੇ ਕਿ ਉਹ ਤਾਂ ਗਧਾ ਹੈ, ਇੱਥੇ ਗਧਾ ਸ਼ਬਦ ਵਿਅੰਗ ਦਾ ਧਾਰਨੀ ਹੈ, ਕਿਉਂਕਿ ਇੱਥੇ ਗਧਾ ਹੋਣ ਦਾ ਭਾਵ ਅਰਥ ਮੂਰਖ ਹੋਣਾ ਹੈ। ਅੱਗੇ ਅਸੀਂ ਤੁਹਾਨੂੰ ਜਾਣਕਾਰੀ ਵਧੇਤਰ ਸੰਬੰਧੀ ਦੇਵਾਂਗੇ। ਸ਼ਬਦ ਰਚਨਾ ਵਿੱਚ ਕਾਰਜਸ਼ੀਲ ਰਚੇਤਰਾਂ ਦੀਆਂ ਵੱਖ-ਵੱਖ ਕਿਸਮਾਂ ਲਈ ਸਰਬ ਸਾਂਝਾ ਸਮੂਹਿਕ ਨਾਮ ਵਧੇਤਰ ਹੈ। ਵਧੇਤਰ ਸਦਾ ਪਰ ਨਿਰਭਰ ਹੀ ਰਹਿੰਦੇ ਹਨ, ਸੁਤੰਤਰ ਨਹੀਂ ਹੁੰਦੇ। ਸ਼ਬਦ ਰਚਨਾ ਦੀ ਪ੍ਰਕਿਰਿਆ ਦੌਰਾਨ ਵਧੇਤਰਾਂ ਦੀ ਵਰਤੋਂ ਧਾਤੂ ਜਾਂ ਮੂਲ ਅੰਸ਼ ਨਾਲ ਹੀ ਸੰਭਵ ਹੈ। ਵਧੇਤਰ ਹਰ ਭਾਸ਼ਾ ਵਿੱਚ ਸੀਮਤ ਹੀ ਹੁੰਦੇ ਹਨ, ਕਿਉਂਕਿ ਵਧੇਤਰ ਸ਼ਬਦਾਂ ਦੀ ਬੰਦ ਸ਼੍ਰੇਣੀ ਨਾਲ ਸੰਬੰਧਿਤ ਹੁੰਦੇ ਹਨ, ਜਿੱਥੇ ਨਵੇਂ-ਨਵੇਂ ਵਧੇਤਰ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਵਧੇਤਰਾਂ ਨੂੰ ਆਮ ਤੌਰ 'ਤੇ 3 ਪ੍ਰਕਾਰਾਂ ਵਿੱਚ ਵੰਡਿਆ ਜਾਂਦਾ ਹੈ। ਧਾਤੂ ਮੂਲ ਅੰਸ਼ ਦੀ ਮੁੱਢਲੀ ਸਥਿਤੀ ਵਿੱਚ ਸੰਯੁਕਤ ਹੋਣ ਵਾਲੇ ਅਗੇਤਰ ਹੁੰਦੇ ਹਨ, ਭਾਵ ਜਿਹੜੇ ਧਾਤੂ ਦੇ ਅੱਗੇ ਵਿਚਰਦੇ ਹਨ ਉਹਨਾਂ ਨੂੰ ਅਗੇਤਰ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਦੇਖ ਸਕਦੇ ਹਾਂ, ਜਿਵੇਂ ਕਿ ਨੀਡਰ। ਇੱਥੇ ਡਰ ਇੱਕ ਧਾਤੂ ਹੈ ਤੇ ਨੀ ਅਗੇਤਰ ਹੈ। ਨੀ ਅਗੇਤਰ ਲੱਗਣ ਨਾਲ ਨੀਡਰ ਸ਼ਬਦ ਵਿਕਸਿਤ ਹੁੰਦਾ ਹੈ। ਇਸੇ ਤਰ੍ਹਾਂ ਹੀ ਅੰਤਲੀ ਸਥਿਤੀ ਵਿੱਚ ਜੁੜਨ ਵਾਲੇ ਪਿਛੇਤਰ ਹੁੰਦੇ ਹਨ, ਜਿਵੇਂ ਕਿ ਸ਼ੁਰੂਆਤ। ਇਹਨਾਂ ਵਿੱਚੋਂ ਧਾਤੂ ਸ਼ੁਰੂ ਹੈ, ਪਰ ਆਤ ਪਿਛੇਤਰ ਜੁੜਨ ਨਾਲ ਸ਼ੁਰੂਆਤ ਸ਼ਬਦ ਹੋਂਦ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਵਧੇਤਰ ਧਾਤੂ ਜਾਂ ਮੂਲ ਅੰਸ਼ ਦੇ ਅੰਤਰਗਤ ਭਾਵ ਮੱਧ ਵਿੱਚ ਵਿਚਰਦੇ ਹਨ ਉਹਨਾਂ ਨੂੰ ਵਧੇਤਰ ਕਿਹਾ ਜਾਂਦਾ ਹੈ। ਸੋ ਇਸ ਲੜੀ ਵਿੱਚ ਅਸੀਂ ਸ਼ਬਦ ਪਰਿਭਾਸ਼ਾ ਅਤੇ ਵਰਗੀਕਰਨ, ਮਿਸ਼ਰਤ ਅਤੇ ਸੰਯੁਕਤ ਪੰਜਾਬੀ ਸ਼ਬਦ ਦੀ ਬਣਤਰ, ਵਧੇਤਰ, ਅਗੇਤਰ, ਪਿਛੇਤਰ ਦੀ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਸਾਥੀਆਂ ਵਿੱਚ ਜ਼ਰੂਰ ਸਾਂਝਾ ਕਰਿਓ। ਧੰਨਵਾਦ।